ਪਾਰਟੀਸ਼ਨ 1947 ਚ ਹੋ ਗਈ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਕਿਹੜੇ-ਕਿਹੜੇ ਜਿਹੜੇ ਫੈਕਟਰਸ ਸਨ ਉਹਨਾਂ ਨੇ ਇੱਥੋਂ ਦੀ ਮਈਸ਼ਤ ਤੇ ਮੁਆਸ਼ਰਤ ਤੇ ਅਸਰ ਕੀਤਾ। ਅੱਜ ਵੀ ਇਹਨੂੰ ਥੋੜਾ ਜਿਹਾ ਅੱਗੇ ਵਧਾਵਾ ਦਿੰਦੇ ਆ ਇਸ ਗੱਲ ਨੂੰ ਕਿ 1947 ਚ ਪਾਕਿਸਤਾਨ ਅਲੱਗਾ ਹੋ ਗਿਆ, ਇੰਡੀਆ ਅਲੱਗਾ ਹੋ ਗਿਆ। ਇਹਦੇ ਤੇ ਬਹੁਤ ਬਹਿਸ ਹੁੰਦੀ ਹੈ। ਕਈ ਕਿਸਮ ਦੀਆਂ ਸੋਚਾਂ ਤੇ ਕਈ ਕਿਸਮ ਦੇ ਲੋਕ ਜਿਹੜੇ ਨੇ ਕਲੇਮ ਕਰਦੇ ਨੇ ਕਿ ਜੀ ਪਾਕਿਸਤਾਨ ਬਣਿਆ ਤੇ ਉਹ ਖਾਲਿਸਤਨ ਇਸ ਵਾਸਤੇ ਕਿ ਇੱਕ ਇਸਲਾਮਿਕ ਸਟੇਟ ਹੋਵੇ ਔਰ ਇਹਦੇ ਵਿੱਚ ਸ਼ਰਈ ਨਿਜ਼ਾਮ ਹੋਵੇ ਔਰ ਉਹਦੇ ਮੁਤਾਬਕ ਜ਼ਿੰਦਗੀ ਗੁਜ਼ਾਰੀ ਜਾਵੇ। ਔਰ ਮੁਸਲਮਾਨਾਂ ਨੇ ਜਿਹੜੀਆਂ ਲੱਖਾਂ ਕੁਰਬਾਨੀਆਂ ਦਿੱਤੀਆਂ ਸਨ 1947 ਤੋਂ ਪਹਿਲੋਂ ਜਾਂ ਉਦੋਂ ਉਸ ਸਾਲ ਦੇ ਵਿੱਚ ਹਿਜਰਤ ਦੇ ਦੌਰਾਨ, ਤੇ ਇਹਦੀ ਵਜ੍ਹਾ ਸਿਰਫ ਕੁਰਬਾਨੀਆਂ ਦੇ ਇਹ ਸੀ ਕਿ ਮੁਸਲਮਾਨ ਚਾਹੁੰਦੇ ਸੀ ਕਿ ਸਾਡਾ ਇੱਕ ਵੱਖਰਾ ਮੁਲਕ ਹੋ ਜਾਏ। ਔਰ ਅਲਾਮਾ ਇਕਬਾਲ ਰਹਿਮਤੁल्लाह अलैह ਔਰ ਕਾਇਦ ਆਜ਼ਮ ਰਹਿਮਤੁल्लाह अलैह ਔਰ ਬਾਕੀ ਤਹਿਰੀਕੇ ਪਾਕਿਸਤਾਨ ਦੇ ਜਿਹੜੇ ਲੀਡਰ ਸਨ ਉਹਨਾਂ ਦਾ ਕਹਿੰਦੇ ਜੀ ਕਿ ख्वाब ਇਹ ਸੀ, ਉਹਨਾਂ ਦਾ ਮੌਕਫ ਵੀ ਇਹੀ ਸੀ ਕਿ ਜੀ ਮੁਸਲਮਾਨਾਂ ਲਈ ਇੱਕ ਇੰਡੀਪੈਂਡੈਂਟ ਸਟੇਟ ਜਿਹੜੀ ਹੈ ਉਹਨੂੰ ਬਣਾਇਆ ਜਾਵੇ। ਅੱਛਾ, ਹੁਣ ਇਹਦੇ ਤੇ ਹਰ ਇੱਕ ਦਾ ਤਜਜ਼ੀਆ ਵੱਖਰਾ ਹੋ ਸਕਦਾ ਹੈ, ਸੋਚ ਵੱਖਰੀ ਹੋ ਸਕਦੀ ਹੈ। ਇਮੋਸ਼ਨਲ ਪਹਿਲੂ ਸਾਡੇ ਬਹੁਤ ਜ਼ਿਆਦਾ ਨੇ ਇਹਦੇ ਵਿੱਚ ਕਿ ਅਸੀਂ ਕਦੀ ਕਹਿੰਦੇ ਆ ਕਿ ਜੀ ਪਾਕਿਸਤਾਨ ਦਾ ਵਜੂਦ ਚੂੰਕਿ ਰਮਜ਼ਾਨ ਮੁਬਾਰਕ ਦੇ ਵਿੱਚ ਇਹ ਬਣਿਆ ਸੀ ਤੇ ਇਸ ਵਾਸਤੇ ਬੜਾ ਹੀ ਮੁਬਾਰਕ ਹੈ। ਇਹ ਬੜੇ ਦਰਵੇਸ਼ ਤੇ ਸੂਫੀਆ ਜਿਹਦੇ ਅੱਲਾ ਦੇ ਵਲੀਆਂ ਦੀ ਪੇਸ਼ਨ ਗੋਈਆਂ ਸਨ, ਇਹ ਪਾਕਿਸਤਾਨ ਬਣਿਆ ਸੀ ਤੇ ਇਹ ਬੜੀ ਬਾਬਰਕਤ ਜਗ੍ਹਾ ਹੈ। ਔਰ ਇਹ ਬਹੁਤ ਇਸ ਨਾਤੇ ਨਾਲ ਕਿ ਦੀਨ ਦੇ ਨਾਲ ਇਹਨੂੰ ਮੁਕੰਮਲ ਤਰੀਕੇ ਨਾਲ ਜੋੜਿਆ ਜਾਂਦਾ ਹੈ। ਜਦ ਕਿ ਇੱਕ ਤਬਕਾ ਐਸਾ ਹੈ ਜਿਹੜਾ ਕਹਿੰਦਾ ਕਿ ਇਹ ਗੱਲ ਦੀਨ ਦੀ ਨਹੀਂ ਸੀ ਹੈਗੀ, ਬਲਕਿ ਇਹ ਗੱਲ ਹੈ ਸੀ ਕਿ ਸਾਨੂੰ ਇੱਕ ਇੰਡੀਪੈਂਡੈਂਟ ਸਟੇਟ ਚਾਹੀਦੀ ਹੈ ਜਿਹਦੇ ਵਿੱਚ ਕਿ ਮੁਸਲਮਾਨ ਵਸਣ, ਲੇਕਿਨ ਉਹ ਇੱਕ ਸਟੇਟ ਜਿਹੜੀ ਹੈ ਉਹ ਸੈਕੂਲਰ ਸਟੇਟ ਹੋਵੇ ਜਿਹਦੇ ਵਿੱਚ ਸਾਰੇ ਲੋਕ ਇਸੇ ਤਰ੍ਹਾਂ ਹੀ ਰਹਿਣ ਜਿਵੇਂ ਬਾਕੀ ਸੈਕੂਲਰ ਸਟੇਟਸ ਦੇ ਵਿੱਚ ਰਹਿੰਦੀਆਂ ਨੇ। ਯਾਨੀ ਜਿਹਨੂੰ ਅਸੀਂ ਪਾਕਿਸਤਾਨ 'ਚ ਹੁਣ ਆਪਣਾ ਇਸਲਾਮਿਕ ਕੌਨਸਟੀਟਿਊਸ਼ਨ ਕਹਿੰਦੇ ਆ, ਆਇਨ ਕਹਿੰਦੇ ਆ, ਤੇ ਜਿਹੜੇ ਸੈਕੂਲਰ ਮਾਈਂਡ ਦੇ ਲੋਕ ਨੇ ਉਹ ਕਹਿੰਦੇ ਕਿ ਨਹੀਂ, ਇਹ ਸੈਕੂਲਰ ਬੁਨਿਆਦਾਂ ਹੀ ਇਹਦੀਆਂ ਹੋਣੀਆਂ ਚਾਹੀਦੀਆਂ ਹਨ ਔਰ ਇਹਦਾ ਜਿਹੜਾ ਆਇਨ ਹੈ ਉਹ ਸੈਕੂਲਰ ਹੀ ਹੋਣਾ ਚਾਹੀਦਾ ਸੀ। ਹੁਣ ਇਹਦੇ 'ਚ ਕਈ ਲੋਕ ਐਸੇ ਵੀ ਹੈ ਨੇ ਕਿ ਜਿਹੜੇ ਮੌਜੂਦ ਨੇ ਜਿਨ੍ਹਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਔਰ ਬਹੁਤ ਜ਼ੁਲਮ ਸਹੇ। ਉਹਨਾਂ ਦੀਆਂ ਅੱਧੀਆਂ ਅੱਧੀਆਂ ਉਹਨਾਂ ਦੇ ਟੱਬਰ ਜਿਹੜੇ ਨੇ ਉਹ ਸ਼ਹੀਦ ਕਰ ਦਿੱਤੇ ਗਏ ਉਸ ਹਿਜਰਤ ਦੇ ਦੌਰਾਨ। ਉਹਨਾਂ ਦੇ ਆਪਣੇ ਦੁੱਖ ਵੀ ਹੈ ਨੇ ਔਰ ਜ਼ਾਹਿਰ ਹੈ ਉਹ ਆਂਦੇ ਨੇ ਪਤਾ ਲੱਗਦਾ ਜਦੋਂ ਬੰਦਾ ਰਾਹ ਪਏ ਜਾਂ ਵਾਹ ਪਏ। ਜਿਨ੍ਹਾਂ ਤੇ ਉਹ ਗੁਜ਼ਰੀ ਏ ਉਹਨਾਂ ਵਾਸਤੇ ਪਾਕਿਸਤਾਨ ਕੀ ਬਣਿਆ, ਕਿਆਮਤ ਆ ਗਈ। ਔਰ ਚਲੋ ਉਹਨਾਂ ਨੇ ਸਾਰੀਆਂ ਕੁਰਬਾਨੀਆਂ ਦਿੱਤੀਆਂ ਕਿ ਪਾਕਿਸਤਾਨ ਬਣੇਗਾ, ਉੱਥੇ ਜਾਵਾਂਗੇ। ਉੱਥੇ ਉਹਨਾਂ ਨੇ ਇੱਕ ਤਸੱਵਰ ਜਿਹੜਾ ਜ਼ਿਹਨ 'ਚ ਬਣਾਇਆ ਸੀ ਕੋਈ ਇੰਝ ਹੀ ਹੋਏਗਾ ਜਿਵੇਂ ਇਹ ਸਾਰੇ ਉਹੀ ਤਰੀਕਾਕਾਰ ਜਿਹੜੇ ਰਿਆਸਤ ਮਦੀਨਾ ਸੀ ਜਾਂ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਦੌਰ ਸੀ, ਉਹੋ ਜਿਹਾ ਕੰਮ ਹੀ ਇੱਥੇ ਹੋਏਗਾ। ਨਾ ਚੋਰੀ, ਨਾ ਚਕਾਰੀ, ਨਾ ਡਕੈਤੀ, ਨਾ ਬਦਮਾਸ਼ੀ, ਕੋਈ ਨਾ ਗੁੰਡਾਗਰਦੀ, ਔਰ ਇਨਸਾਫ ਤੇ ਮਬਨੀ ਇੱਕ ਮੁਆਸ਼ਰਾ ਹੋਏਗਾ, ਵੈਲਫੇਅਰ ਸਟੇਟ ਹੋਏਗੀ ਜਿਹਦੇ ਵਿੱਚ ਕਿ ਤਮਾਮ ਲੋਕਾਂ ਦੇ ਜਿਹੜੇ ਬੁਨਿਆਦੀ ਹਕੂਕ ਨੇ ਉਹਨਾਂ ਦਾ ਖਿਆਲ ਰੱਖਿਆ ਜਾਏਗਾ। ਉਹਨਾਂ ਦਾ ਨੁਕਤਾ ਨਜ਼ਰ ਇਹ ਸੀ, ਲੇਕਿਨ ਉਹ ਕਹਿੰਦੇ ਸੀ ਕਿ ਇੱਕ ਪਾਸੇ ਸੈਕੂਲਰ ਨਜ਼ਰੀਆ ਤੇ ਇੱਕ ਪਾਸੇ ਇਸਲਾਮਿਕ ਨਜ਼ਰੀਆ ਕਿ ਇਹਦੀਆਂ ਬੁਨਿਆਦਾਂ ਦੋ ਆ ਨੇ। ਅੱਛਾ, ਉਹਦੇ ਕੁਝ ਲੋਕ ਮਸਲਨ ਇਹ ਵੀ ਤਜਜ਼ੀਆ ਹੁੰਦਾ ਹੈ ਔਰ ਮੈਂ ਜ਼ਾਤੀ ਤੌਰ ਤੇ ਮੈਂ ਗੁਨਾਹਗਾਰ ਬੰਦਾ ਹਾਂ, ਅੱਲਾਹ ਤਾਲਾ ਮਾਫ ਫਰਮਾਏ ਮੈਨੂੰ, ਲੇਕਿਨ ਜਿੰਨਾ ਕੁ ਮੈਂ ਪੜ੍ਹਿਆ ਕਿ ਜਿਹੜਾ ਸਟਾਰਟ ਸੀ ਨਾ, ਜਿਹੜੀ ਅਲਾਮਾ ਇਕਬਾਲ ਸਾਹਿਬ ਰਹਿਮਤੁल्लाह अलैह ਅੱਲਾਹ ਤਾਲਾ ਗਰੀਕ ਰਹਿਮਤ ਕਰੇ, तमाम ਤਹਿਰੀਕੇ ਪਾਕਿਸਤਾਨ ਦੇ ਜਿਹੜੇ ਲੀਡਰਾਨ ਨੇ ਉਹਨਾਂ ਦਾ ਜਿਹੜਾ ख्वाब ਸੀ, ਖਾਸ ਤੌਰ ਤੇ ਅਲਾਮਾ ਇਕਬਾਲ ਸਾਹਿਬ ਦੀ ਮੈਂ ਅਰਜ਼ ਕਰਾਂਗਾ ਕਿ ਉਹਨਾਂ ਦਾ ख्वाब ਜਦੋਂ ਇੱਕ ਤਸੱਵਰ ਬਣਾਇਆ ਸੀ ਨਾ ਉਹਨਾਂ ਨੇ ਕਿ ਇੱਕ ਮੁਸਲਮਾਨਾਂ ਦਾ ਇੱਕ ਅਲੱਗਾ ਰਹਿਣ ਸਹਿਣ ਮੁਆਸ਼ਰਤ ਵਗੈਰਾ ਸਾਰੀ ਹੋਣੀ ਚਾਹੀਦੀ ਹੈ, ਤੇ ਉਹਨਾਂ ਦੇ ਹੀ ਆਪਣੇ ਖਤੂਤ ਜਿਹੜੇ ਕਿ ਇਸ ਵੇਲੇ ਵੀ ਰਿਕਾਰਡ ਦਾ ਔਰ ਤਾਰੀਖ ਦਾ ਹਿੱਸਾ ਨੇ। ਉਹਦੇ ਵਿੱਚ ਉਹਨਾਂ ਨੇ ਉਸ ਵਕਤ ਜਿਹੜਾ ਕਿ ਜਦੋਂ ਸਟਾਰਟ ਲਿਆ ਸੀ ਉਹ ਖਤਾਂ ਤੋਂ ਇਜ਼ਹਾਰ ਹੁੰਦਾ ਹੈ ਕਿ ਉਹਨਾਂ ਨੇ ਪ੍ਰਪੋਜ਼ਲ ਇਹ ਦਿੱਤੀ ਸੀ
ਕਿ ਜਿਹੜੀਆਂ ਵੀ ਇਹ ਗੁਰਦਾਸਪੁਰ ਇੱਧਰ ਕਸ਼ਮੀਰ ਔਰ ਜਿਦ ਇੰਡੀਅਨ ਆਪਣਾ ਮੁਸਲਿਮ ਡੋਮੀਨੈਂਟ ਜਿਹੜੀਆਂ ਰਿਆਸਤਾਂ ਨੇ ਉਹਨਾਂ ਨੂੰ ਇੱਕ ਯੂਨਾਈਟਿਡ ਇੰਡੀਆ ਦਾ ਹੀ ਹਿੱਸਾ ਕਰਕੇ ਤੇ ਉਹ ਸੂਬੇ ਜਿਹੜੇ ਨੇ ਡਿਕਲੇਅਰ ਕਰਤਨ ਕਿ ਮੁਸਲਿਮ ਸਟੇਟਸ ਹੈਗੀਆਂ ਨੇ। ਔਰ ਕਿਉਂਕਿ ਮੈਜੋਰਿਟੀ ਸਟੇਟਸ ਹੋਣ ਤੇ ਉੱਥੇ ਉਹਨਾਂ ਦਾ ਜਿਹੜਾ ਇਲੈਕਸ਼ਨ ਵਗੈਰਾ ਜਿਵੇਂ ਹੁੰਦਾ ਉਹ ਹੋਵੇ। ਇਹ ਹੁਣ ਅਲਾਮਾ ਇਕਬਾਲ ਸਾਹਿਬ ਦੇ ਖਤੂਤ ਜਿਹੜੇ ਨੇ ਉਹ ਸੋਸ਼ਲ ਮੀਡੀਆ ਤੇ ਵੀ ਬੜੇ ਪਏ ਨੇ। ਆਕਸਫੋਰਡ ਯੂਨੀਵਰਸਿਟੀ ਦੀ ਜਿਹੜੀ ਲਾਇਬ੍ਰੇਰੀ ਉਹਦੇ ਚ ਵੀ ਪਏ ਨੇ ਕਿ ਉਹਨਾਂ ਨੇ ਉਹ ਲੈਟਰ ਲਿਖਿਆ ਇੱਕ ਉਸ ਵਕਤ ਤੇ ਜਿਹੜੇ ਕੋਈ ਸਰ ਥਾਮਸ ਸਨ ਕੋਈ, ਔਰ ਉਹ ਲੈਟਰ ਦੇ ਵਿੱਚ ਉਹਨਾਂ ਨੇ ਤਹਿਰੀਰ ਕੀਤਾ ਕਿ ਜੀ ਇਸ ਵਾਸਤੇ ਕਿ ਥਾਮਸ ਨੇ ਕਿਹਾ ਅਲਾਮਾ ਸਾਹਿਬ ਨੂੰ ਕਿ ਤੁਹਾਡਾ ਜਿਹੜਾ ਪਾਕਿਸਤਾਨ ਦੀ ਤਜਵੀਜ਼ ਸੀ, ਜਿਹੜਾ ਤੁਸੀਂ ਖਾਬ ਵੇਖਿਆ ਸੀ ਨਾ, ਅਸੀਂ ਉਹ ਬਣਾਉਣ ਜਾ ਰਹੇ ਹਾਂ। ਹੁਣ ਉਹ ਅਲਾਮਾ ਇਕਬਾਲ ਸਾਹਿਬ ਨੇ ਜਵਾਬ ਦਿੰਦਿਆਂ ਆਇਆਂ ਉਸ ਖਤ ਦੇ ਵਿੱਚ ਲਿਖਿਆ ਕਿ ਜਿਹੜਾ ਤਸੱਵਰ ਮੈਂ ਵੇਖਿਆ ਸੀ ਉਹ ਤਸੱਵਰ ਡਿਫਰੈਂਟ ਸੀ ਜੋ ਪਾਕਿਸਤਾਨ ਤੁਸੀਂ ਹੁਣ ਬਣਾ ਕੇ ਦੇਣ ਲੱਗੇ ਹੋ ਸਾਨੂੰ। ਯਾਨੀ ਤਸੱਵਰ ਜਿਹੜਾ ਅਲਾਮਾ ਸਾਹਿਬ ਦਾ ਰਿਪੋਰਟਡਲੀ ਉਸ ਲੈਟਰ ਤੋਂ ਜਿਹੜਾ ਜ਼ਾਹਰ ਹੁੰਦਾ ਇਹ ਸੀ ਕਿ ਸਾਨੂੰ ਜਿਹੜਾ ਮੁਤਹਿਦਾ ਹਿੰਦੁਸਤਾਨ ਹੈ ਉਹਦੇ ਵਿੱਚ ਹੀ ਜਿਹੜੀ ਮੁਸਲਿਮ ਡੋਮੀਨੇਟਡ ਸਟੇਟਸ ਹੈਗੀਆਂ ਨੇ ਉਹਨਾਂ ਦੀ ਬੁਨਿਆਦ ਤੇ ਇੱਕ ਐਡਮਿਨਿਸਟ੍ਰੇਟਿਵਲੀ ਇੱਕ ਅਲੱਗਾ ਪ੍ਰੋਵਿੰਸ ਕਹਿ ਲਓ, ਰਿਆਸਤ ਕਹਿ ਲਓ, ਉਹ ਦਿੱਤੀ ਜਾਵੇ ਜਿਹਦੇ ਵਿੱਚ ਕਿ ਤਮਾਮ ਅਸੀਂ ਆਪਣੀ ਮਰਜ਼ੀ ਤੇ ਅਸੀਂ ਕੰਮ ਕਰ ਸਕੀਏ ਵਿਦ ਇਨ ਯੂਨਾਈਟਿਡ ਇੰਡੀਆ। ਲੇਕਿਨ ਚੂੰਕਿ ਇੱਕ ਇਨਸਾਨ ਦਾ ਜਿਹੜਾ ਕੁਦਰਤੀ ਇੱਕ ਬਦਲਾ ਲੈਣ ਦਾ, ਇੰਤਕਾਮ ਲੈਣ ਦਾ ਇੱਕ ਰਵੱਈਆ ਹੈ ਨਾ, ਇਹ ਪਾਕਿਸਤਾਨ ਦੀ ਤਸ਼ਕੀਲ ਜਾਂ ਇੰਡੀਆ ਦੀ ਪਾਰਟੀਸ਼ਨ ਜਿਹੜੀ ਹੈ ਨਾ, ਜਾਂ ਸਬ ਕੰਟੀਨੈਂਟ ਦੀ ਜਿਹੜੀ ਤੁਸੀਂ ਇਹਨੂੰ ਤਕਸੀਮ ਕਹਿ ਲਓ ਸਾਰੇ ਇੰਡੀਅਨ ਸਬ ਕੰਟੀਨੈਂਟ ਦੀ, ਇਹ ਚੂੰਕਿ ਇੱਥੇ ਅੰਗਰੇਜ਼ ਬਹਾਦਰ ਜਦੋਂ ਆਇਆ ਤੇ ਉਹ ਸਭ ਤੋਂ ਬੜਾ ਚੈਲੰਜ ਜਿਹੜਾ ਨਾ ਉਹ ਅੰਗਰੇਜ਼ ਬਹਾਦਰ ਨੂੰ ਜਿਹੜਾ ਦਿੱਤਾ, ਇਹ ਰਾਜੇ ਮਹਾਰਾਜੇ ਤੇ ਜਿਹੜੇ ਮੁਗਲ ਹੁਕਮਰਾਨ ਸਨ ਉਹਨਾਂ ਨੂੰ ਤੇ ਤਾਹੋ ਤੇਗ ਉਹਨਾਂ ਕਰਤਾ ਉਹਨੇ। ਲੇਕਿਨ ਉਹ ਥੱਲੇ ਜਿਹੜਾ ਇੱਕ ਉਹ ਲੋਕ ਹੁੰਦੇ ਸਨ ਜਿਹੜੇ ਕਿ ਖਾਸ ਤੌਰ ਤੇ ਮਜ਼ਹਬ ਤੇ ਜ਼ਿਆਦਾ ਬਲੀਵਰਸ ਹੈਗੇ ਸਨ, ਹਿੰਦੂ ਹੋਣ ਜਾਂ ਮੁਸਲਮਾਨ ਹੋਣ ਜਾਂ ਸਿੱਖ ਹੋਣ। ਉਹਨਾਂ ਨੇ ਇਹ ਚੈਲੰਜ ਕੀਤਾ ਅੰਗਰੇਜ਼ ਨੂੰ ਕਿ ਤੂੰ ਸਾਡੇ ਮੁਲਕ ਤੇ ਆ ਕੇ ਕਬਜ਼ਾ ਕਰ ਲਿਆ ਹੈ, ਜਿਹੜਾ ਸਾਡੇ ਬਾਰੇ ਚ ਨਹੀਂ। ਅਸੀਂ ਹੁਰੀਅਤ ਪਸੰਦ ਤੇ ਆਜ਼ਾਦ ਪਸੰਦ ਲੋਕ ਹਾਂ, ਇਸ ਵਾਸਤੇ ਅਸੀਂ ਤੈਨੂੰ ਇੱਥੇ ਰਹਿਣ ਨਹੀਂ ਦੇਣਾ। ਉਹਦੇ ਰੱਦੇ ਅਮਲ ਦੇ ਵਿੱਚ ਅੰਗਰੇਜ਼ ਨੇ ਜੋ ਕੁਝ ਵੀ ਕੀਤਾ ਉਹਦੇ 'ਚ ਉਹਨੇ ਲੋਕਾਂ ਦੇ ਜ਼ਮੀਰ ਖਰੀਦੇ, ਬੜੇ ਬੜੇ ਉਹਨਾਂ ਨੇ ਜਿਹੜੇ ਜਾਗੀਰਦਾਰ ਪੈਦਾ ਕੀਤੇ, ਜ਼ਮੀਨਾਂ ਅਲਾਟ ਕੀਤੀਆਂ, ਉਹਨਾਂ ਨੂੰ ਫਿਰ ਆਪਣੇ ਗੁਲਾਮ ਦੇ ਤੌਰ ਤੇ ਉਹਨੇ ਇਸਤੇਮਾਲ ਵੀ ਕੀਤਾ। ਔਰ ਇਸੇ ਤਰ੍ਹਾਂ ਜਿਹੜਾ ਉਹ ਵਕਤ ਗੁਜ਼ਰਨ ਦੇ ਨਾਲ ਨਾਲ ਸਾਡਾ ਜਿਹੜੇ ਦੀਨੀ ਹਲਕੇ ਸਨ ਨਾ, ਭਾਵੇਂ ਇਸਲਾਮ ਸੀ ਤੇ ਭਾਵੇਂ ਹਿੰਦੂ ਸਨ ਤੇ ਭਾਵੇਂ ਸਿੱਖ ਸਨ, ਉਹਨਾਂ ਨੇ ਵੀ ਆਪਣੇ ਆਪਣੇ ਥਾਂ ਤੇ ਕਿਹਾ ਜੇ ਜਹਾਦ ਫਰਜ਼ ਹੋ ਗਿਆ ਤੇ ਉਹ ਜਹਾਦ ਦੇ ਵਿੱਚ ਕਈਆਂ ਲੋਕਾਂ ਦੇ ਨਾਮ ਹੀ ਲੈ ਜਾਂਦੇ ਨੇ ਕਿ ਜੀ ਉਹਨਾਂ ਨੇ ਜਹਾਦ ਕੀਤੇ ਤੇ ਫਰੰਗੀ ਕੋਲੋਂ ਆਜ਼ਾਦ ਕਰਾਇਆ। ਇਹ ਬੇਸਿਕਲੀ ਚੂੰਕਿ ਅਸੀਂ ਇਹ ਇੰਡੀਅਨ ਸਬ ਕੰਟੀਨੈਂਟ ਦੀ ਜਿਹੜੇ ਲੋਕ ਨੇ ਬੜੇ ਇਮੋਸ਼ਨਲ ਲੋਕ ਨੇ। ਉਸ ਵਕਤ ਤੇ ਤੁਸੀਂ ਅਗਰ ਮੰਜ਼ਰ ਦੇ ਵਿੱਚ ਜਾ ਕੇ ਕੁਝ ਵਕਤ ਲਈ ਦੇਖੋ ਨਾ, ਕਿ ਉਹ ਇਹ ਸੀ ਕਿ ਅੰਗਰੇਜ਼ ਇੱਥੇ ਆਇਆ, ਈਸਟ ਇੰਡੀਆ ਕੰਪਨੀ ਇੱਥੇ ਆਈ, ਉਹਨੇ ਇਸ ਇਲਾਕੇ ਤੇ ਕਬਜ਼ਾ ਕੀਤਾ। ਉਸ ਵਕਤ ਹਾਲਤ ਕੀ ਸੀ ਇੱਥੋਂ ਦੇ ਲੋਕਾਂ ਦੀ ਕਿ ਉਹ ਮੁਗਲਾਂ ਦੇ ਜਾਂ ਇਸ ਤੋਂ ਪਹਿਲਾਂ ਰਾਜੇ ਮਹਾਰਾਜਿਆਂ ਦੇ ਗੁਲਾਮ ਸਨ, ਔਰ ਉੱਥੇ ਬਾਦਸ਼ਾਹੀ ਸਿਸਟਮ ਸੀ ਇੱਕ। ਉਹ ਬਾਦਸ਼ਾਹੀ ਸਿਸਟਮ ਤੇ ਉਹ ਹਟੇ ਤੇ ਅੰਗਰੇਜ਼ ਆ ਗਿਆ। ਲੇਕਿਨ ਜਿਹੜਾ ਫਰਕ ਸੀ ਕਿ ਅੰਗਰੇਜ਼ ਨੇ ਆ ਕੇ ਤੇ ਇਸ ਇਲਾਕੇ ਦੀ ਡਿਵੈਲਪਮੈਂਟ ਤੇ ਜ਼ਰੂਰ ਕੰਮ ਕੀਤਾ। ਪੂਰੇ ਤੂਲੋ ਅਰਜ਼ ਦੇ ਵਿੱਚ ਉਹਨਾਂ ਨੇ ਰੇਲਵੇ ਟਰੈਕ ਵਿਛਾਏ, ਸੜਕਾਂ ਬਣਾਈਆਂ ਜਿਨ੍ਹਾਂ ਨੂੰ ਤੁਸੀਂ ਅੱਜ ਕੱਲ੍ਹ ਜੀਟੀ ਰੋਡਸ ਵਗੈਰਾ ਕਹਿੰਦੇ ਹੋ। ਔਰ ਇਹ ਪੂਰੇ ਖਿੱਤੇ ਦੇ ਵਿੱਚ ਹੀ, ਇਹ ਨਹੀਂ ਕਿਸੇ ਮਖਸੂਸ ਇਲਾਕੇ ਦੇ ਵਿੱਚ, ਪੂਰੇ ਖਿੱਤੇ ਦੇ ਵਿੱਚ ਹੀ ਉਹਨਾਂ ਨੇ ਕੰਮ ਕੀਤੇ। ਫਿਰ ਦੁਨੀਆ ਦਾ ਬਿਹਤਰੀਨ ਆਬਪਾਸ਼ੀ ਦਾ ਨਿਜ਼ਾਮ ਜਿਹੜਾ ਨਹਿਰਾਂ ਕੱਢੀਆਂ ਦਰਿਆਵਾਂ ਦੇ ਵਿੱਚੋਂ, ਔਰ ਜੋ ਕੁਝ ਅੱਜ ਤੁਹਾਨੂੰ ਨਜ਼ਰ ਆਉਣ ਡਿਆ ਰੇਲਵੇ ਟਰੈਕ ਜਾਂ ਜੀਟੀ ਰੋਡਸ ਦੇ ਨੈਟਵਰਕ ਦੇ ਹਵਾਲੇ ਨਾਲ ਜਾਂ ਤੁਸੀਂ ਐਗਰੀਕਲਚਰ ਦੇ ਹਵਾਲੇ ਨਾਲ, ਇਹ ਅਸਲ ਦੇਣ ਉਹ ਸੀ ਜਿਹੜੀ ਨਾ ਮੁਗਲਾਂ ਕਰ ਸਕੇ ਤੇ ਨਾ ਰਾਜੇ ਮਹਾਰਾਜੇ ਕਰ ਸਕੇ। ਔਰ ਇਹ ਜਿਹੜਾ ਹੈ ਅੰਗਰੇਜ਼ ਨੇ ਹੀ ਕੀਤਾ ਡੈਫੀਨੇਟਲੀ। ਹਾਂ, ਜਿਸ ਵੇਲੇ ਅੰਗਰੇਜ਼ ਦੇ ਜ਼ਾਹਿਰ ਤੇ ਆਪਣੇ ਮਫਾਦਾਤ ਤੇ ਹੈ ਹੀ ਸਨ ਕਿ ਜਦੋਂ ਕਿਸੇ ਦੇ ਘਰ ਤੇ ਆ ਕੇ ਕਬਜ਼ਾ ਕਰਦਾ ਤੇ ਉਹਦਾ ਇੱਕ ਕੋਲੋਨੀਅਜ਼ਮ ਦਾ ਜ਼ੇਨ, ਉਹਦੀ ਵਸਤ ਪਸੰਦੀ, ਇਹ ਅੱਜ ਨਹੀਂ, ਇਹ ਹਲਾਕੂ ਖਾਨ, ਚੰਗੇਜ਼ ਖਾਨ, ਜੋ ਵੀ ਤੁਸੀਂ ਬਾਦਸ਼ਾਹ ਬਣਿਆ ਹੈ, ਉਹਨੇ ਜਿੱਥੇ ਜਿੱਥੇ ਵੀ ਆਪਣੀ ਸਲਤਨਤ ਦੀ ਵਸਤ ਲਈ ਕੰਮ ਕਰ ਸਕਿਆ ਉਹਨੇ ਤੇ ਕਰਨਾ ਹੈ। ਔਰ ਆਂਦੇ ਨੇ ਤਗੜੇ ਦਾ 37ਵੀਂ 100, ਕਿ ਜਿਹੜਾ ਬੰਦਾ ਇਹ ਜਿਹੜੀ ਪਾਵਰ ਹੈ ਨਾ ਇਹ ਆਪਣੇ ਆਪ ਨੂੰ ਐਕਸਪ੍ਰੈਸ ਕਰਦੀ ਹੈ। ਇੱਕ ਖੋਲ ਹੁੰਦਾ ਨਾ, ਮੁਰਗੀ ਦਾ ਅੰਡਾ ਹੁੰਦਾ ਹੈ,
ਤੇ ਇਹਦੇ ਵਿੱਚ ਉੱਤੇ ਕੈਲਸ਼ੀਅਮ ਦਾ ਸਖਤ ਖੋਲ ਹੁੰਦਾ ਹੈ। ਲੇਕਿਨ ਇੱਕ ਮਾਸੂਮ ਨੰਨਾ ਐਂਬਰੀਓ ਜਦੋਂ ਇਹ ਡਿਵੈਲਪ ਹੁੰਦਾ ਹੈ, ਉਹ ਚੂਜ਼ਾ ਜਿਹੜਾ ਵਿੱਚ ਹੁੰਦਾ ਹੈ ਨਾ, ਤੇ ਉਹ ਤਾਕਤ ਨੂੰ ਐਕਸਪ੍ਰੈਸ ਕਰਦਾ ਹੈ ਤੇ ਖੋਲ ਪਾੜ ਕੇ ਬਾਹਰ ਨਿਕਲ ਆਉਂਦਾ ਹੈ। ਇਸੇ ਤਰ੍ਹਾਂ ਜਦੋਂ ਜਦੋਂ ਤਾਰੀਖ ਦੇ ਵਿੱਚ, ਇਨਸਾਨੀ ਤਾਰੀਖ ਦੇ ਵਿੱਚ, ਅਗਰ ਮੁਸਲਮਾਨਾਂ ਕੋਲ ਤਾਕਤਾਂ ਸਨ ਤੇ ਮੁਸਲਮਾਨ ਆਂਦੇ ਹਨ, ਇਹ ਆਂਦੇ ਹਨ ਕਿ ਦਸ਼ਤ ਤੋਂ ਦਸ਼ਤ ਹੈ, ਦਰਿਆ ਵੀ ਨਾ ਛੋੜੇ ਹਮਨੇ, ਬਹਿਰ ਜ਼ੁਲਮਾਤ में दौड़ा दिए घोड़े हमने। ਤੇ ਤੁਸੀਂ ਇੰਡੀਅਨ ਸਬ ਕੰਟੀਨੈਂਟ ਦੇ ਲੋਕ ਜਿਹੜੇ ਨੇ, ਜਦੋਂ ਇਹਨਾਂ ਦੇ ਉੱਤੇ ਰਾਜਿਆਂ ਮਹਾਰਾਜਿਆਂ ਨੇ ਤੇ ਮੁਗਲਾਂ ਨੇ ਹੁਕਮਰਾਨੀ ਕੀਤੀ, ਕਦੀ ਦੀਨ ਦੇ ਨਾਂ ਤੋਂ ਤੇ ਕਦੀ ਕਿਸੇ ਨਾਂ ਤੋਂ, ਇਹਨਾਂ ਨੇ ਇਸ ਇਲਾਕੇ ਦੀ ਤਰੱਕੀ ਵਾਸਤੇ ਕੰਮ ਕੋਈ ਬਹੁਤ ਲੰਮੇ ਚੌੜੇ ਨਹੀਂ ਕੀਤੇ। ਔਰ ਉਹ ਤਲਖ ਹਕਾਇਕ ਇਹ ਹੀ ਨੇ, ਇਹਨਾਂ ਦੀ ਤਾਰੀਖ ਚੁੱਕ ਕੇ ਵੇਖ ਲਓ ਤੇ ਇਹਨਾਂ ਦੇ ਆਪਣੇ ਜਿਹੜੇ ਸ਼ਾਹੀ ਦਰਬਾਰੀ ਮੁਜਰੇ ਤੇ ਸਾਜ਼ ਤੇ ਮੌਸੀਕੀਆਂ ਤੇ ਤੌਸੋ ਰਬਾਬ, ਇਹ ਸਾਰੀ ਇਹਨਾਂ ਉਹ ਉਸ ਵਕਤ ਤੇ ਸਾਰਾ ਗਵਾਹ ਹੈਗਾ। ਬਾਦਸ਼ਾਹ ਬਦਲ ਗਿਆ, ਅੰਗਰੇਜ਼ ਆ ਗਿਆ, ਫਰੰਗੀ ਆ ਗਿਆ, ਲੇਕਿਨ ਫਰਕ ਸਿਰਫ ਇਹ ਪਿਆ, ਔਰ ਉਹ ਬੜਾ ਫਰਕ ਸੀ ਕਿ ਉਹਨੇ ਇਸ ਖਿੱਤੇ ਦੀ ਡਿਵੈਲਪਮੈਂਟ ਤੇ ਵੀ ਕੰਮ ਕੀਤਾ। ਅਸੀਂ ਤੇ ਗੁਲਾਮ ਦੇ ਗੁਲਾਮ ਰਹੇ, ਲੇਕਿਨ ਉਹਨੇ ਕੰਮ ਜ਼ਰੂਰ ਕੀਤਾ, ਔਰ ਉਹਦਾ ਜਿਹੜਾ ਕੰਮ ਕੀਤੇ ਦਾ ਜਿਹੜਾ ਫਲ ਹੈ ਨਾ, ਉਹ ਅੱਜ ਤੱਕ ਵੀ ਅਸੀਂ ਖਾਂਦੇ ਹਾਂ। ਹੁਣ ਉਹ ਜਿਸ ਵੇਲੇ ਉਹਨੇ ਵੇਖਿਆ ਕਿ ਇਹਨਾਂ ਦੇ ਨਾਲ ਮੈਂ ਇਹ ਕੁਝ ਕਰਨ ਡਿਆ, ਹੁਣ ਉਹਦਾ ਰੱਦੇ ਅਮਲ ਸੀ, ਉਹਨੂੰ ਗੁੱਸਾ ਸੀ। ਉਹਨੇ ਆਖਿਆ ਵੀ ਜੋ ਫਿਰ ਇਹ ਮੰਗਦੇ ਨੇ ਨਾ, ਉਹ ਤੇ ਮੈਂ ਵੀ ਨਹੀਂ ਦਿੰਦਾ ਇਹਨਾਂ ਨੂੰ। ਉਹਨੇ ਫਿਰ ਇਹੋ ਜੀ ਵੰਡ ਪਾਈ ਕਿ ਜਿਹੜੀ ਇਹਨਾਂ ਦੇ ਚੁਆਇਸ ਹੈ ਸਨ ਨਾ, ਬੇਸਿਕਲੀ ਕਿ ਇਹਨਾਂ ਨੂੰ ਉਹਦੇ ਮੱਦੇਨਜ਼ਰ ਹੈ ਕਿ ਜੇ ਮੈਂ ਇੱਥੇ ਰਾਜ਼ੀ ਨਹੀਂ, ਮੈਂ ਨਿਕਲਣਾ ਹੈ ਨਾ, ਤੇ ਮੈਂ ਵੀ ਇੱਥੇ ਲੜਾਈ ਉਹ ਪਾ ਕੇ ਜਾਵਾਂਗਾ ਜੇ ਸਾਰੀ ਉਮਰ ਇਹ ਵੀ ਭੁਗਤਦੇ ਹੀ ਰਹਿਣਗੇ। ਔਰ ਉਹ ਉਹਦਾ ਪਲਾਨਰ ਸੀ, ਉਹਨੇ ਸਹੀ, ਉਹਨੇ ਜਿਹੜਾ ਬਲੂ ਪ੍ਰਿੰਟ ਦਾ ਪਲਾਨ ਬਣਾਇਆ ਸੀ, ਉਹ ਅੱਜ ਤੱਕ ਕਾਮਯਾਬ ਹੈ। ਉਹਨੇ ਵੰਡ ਦਿੱਤੀਆਂ ਉਹ ਰਿਆਸਤਾਂ, ਸਿੰਧ ਨੂੰ ਵੰਡ ਦਿੱਤਾ, ਪੰਜਾਬ ਨੂੰ ਵੰਡ ਦਿੱਤਾ, ਉਧਰੋਂ ਖੈਬਰ ਜਿਹੜਾ ਸਾਡਾ ਸਰਹੱਦ ਸੂਬਾ ਖੈਬਰ ਪਖਤੂਨਖਵਾ, ਪਠਾਣਾ ਨੂੰ ਵੰਡਤਾ, ਸਿੰਧੀਆਂ ਨੂੰ ਵੰਡਤਾ, ਪੰਜਾਬੀਆਂ ਨੂੰ ਵੰਡਤਾ, ਉਧਰੋਂ ਬਲੋਚੀਆਂ ਨੂੰ ਵੰਡਤਾ, ਕੁਝ ਈਰਾਨ ਨਾਲ ਲੱਗ ਗਏ, ਕੁਝ ਇੱਧਰ ਲੱਗ ਗਏ। ਇਸੇ ਤਰ੍ਹਾਂ ਜਿਹੜਾ ਹੁਣ ਇੰਡੀਆ ਹੈ, ਇਹਦੇ ਵਿੱਚ ਵੀ ਇਹੋ ਜਿਹੀਆਂ ਤਕਸੀਮਾਂ ਵੱਡ ਕੱਟ ਜਿਹੜੀ ਹੈ ਜਾਰੀ ਰਹੀ। ਲੇਕਿਨ ਉਹਨਾਂ ਦੇ ਵਿੱਚ ਇੰਨੀ ਵੱਡ ਕੱਟ ਜਾਰੀ ਨਹੀਂ ਰਹੀ, ਕਿਉਂਕਿ ਵੱਡਾ ਮੁਲਕ ਸੀ, ਬਹੁਤ ਵੱਡਾ, ਪਾਕਿਸਤਾਨ ਨਾਲੋਂ ਤੇ ਕਿਤੇ ਵੱਡਾ ਹੈ ਉਹ। ਪਾਕਿਸਤਾਨ ਜਿਹੜਾ ਇਹ ਤੇ ਉਹਦੀ ਨਿਸਬਤ ਇੰਡੀਆ ਦੀ ਨਿਸਬਤ ਜਿਹੜਾ ਹੁਣ ਹਿੰਦੁਸਤਾਨ ਹੈ, ਉਹ ਛੋਟਾ ਹੈਗਾ। ਲੇਕਿਨ ਉੱਥੇ ਵੀ ਲੜਾਈਆਂ ਤੇ ਮੂਵਮੈਂਟ ਤੇ ਨਾਇਨਸਾਫੀਆਂ ਦੀ, ਜੁਗਰਾਫੀਆਈ ਕਬਜ਼ਿਆਂ ਦੀ, ਹਾਲੀ ਵੀ ਉੱਥੇ ਵੀ ਪ੍ਰੋਬਲਮਸ ਹੈ ਨੇ। ਲੇਕਿਨ ਸਾਡੇ, ਉਹਨੇ ਕਿਹਾ ਜੀ ਠੀਕ ਹੈ ਤੁਸੀਂ ਮੁਸਲਮਾਨ ਨੂੰ, ਤੁਹਾਨੂੰ ਵੰਡ ਦਿੱਤਾ। ਇੱਕ ਤੇ ਪਹਿਲਾ ਕੰਮ ਇਹ ਹੋਇਆ ਕਿ ਲੱਖਾਂ ਕਰੋੜਾਂ ਲੋਕਾਂ ਨੂੰ ਜਿਹੜਾ ਹਿਜਰਤ ਤੇ ਮਜਬੂਰ ਹੋਣਾ ਪਿਆ। ਉਹ ਆਏ, ਉਹਨਾਂ ਤੇ ਬੜੇ ਬੜੇ ਜ਼ੁਲਮ ਹੋਏ, ਔਰ ਉਹਦੇ ਰੱਦੇ ਅਮਲ 'ਚ ਇਧਰੋਂ ਫਿਰ ਜਿਹੜੇ ਸਿੱਖ ਹਿੰਦੂ ਸਨ, ਇਹਨਾਂ ਨੂੰ ਵੀ ਮਾਈਗ੍ਰੇਟ ਉੱਥੇ ਹੋਣਾ ਪਿਆ। ਉਹਨਾਂ ਦੇ ਵੀ ਨੁਕਸਾਨਾਤ ਜਿਹੜੇ ਨੇ ਡੈਫੀਨਿਟਲੀ ਬਹੁਤ ਹੋਏ। ਲੇਕਿਨ ਇਹ ਸਾਰੇ ਫਸਾਦ ਦਾ ਮੁੱਢ ਕੌਣ ਸੀ? ਜਿਨੇ ਅਲਾਮਾ ਇਕਬਾਲ ਦੇ ਉਸ ਖਾਬ ਨੂੰ, ਉਹਦੀ ਤਾਬੀਰ ਨਹੀਂ ਵਿਖਾਈ, ਉਹਨੂੰ ਮੁਬਾਰਕਬਾਦ ਦਿੱਤੀ ਅਲਾਮਾ ਸਾਹਿਬ ਨੂੰ ਕਿ ਜਨਾਬ ਅਲਾਮਾ ਸਾਹਿਬ, ਜੋ ਪਾਕਿਸਤਾਨ ਤੋਂ ਹਾਂ ਤਖਯਲ ਸੀ ਤੁਹਾਡਾ, ਉਹ ਮੈਂ ਬਣਾਤਾ, ਬਣਾਉਣ ਡਿਆ, ਮੈਂ ਪਲਾਨਿੰਗ ਕਰ ਲਈ ਹੈ। ਤੇ ਉਦੋਂ ਹੀ ਅਲਾਮਾ ਸਾਹਿਬ ਨੇ ਔਨ ਰਿਕਾਰਡ ਜਿਹੜਾ ਉਹ ਲੈਟਰ ਲਿਖ ਦਿੱਤਾ ਕਿ ਜਨਾਬ ਫਰੰਗੀ, ਇਹ ਉਹ ਪਾਕਿਸਤਾਨ ਤੂੰ ਨਹੀਂ ਬਣਾਉਣ ਜਾ ਰਿਹਾ ਜਿਹੜਾ ਖਾਬ ਜਾਂ ਜਿਹੜੀ ਤਜਵੀਜ਼ ਮੈਂ ਦਿੱਤੀ ਸੀ ਜਾਂ ਮੇਰੇ ਰੁਫਕਾਏ ਕਾਰ ਨੇ ਦਿੱਤੀ ਸੀ। ਲੇਕਿਨ ਉਹੀ ਗੱਲ ਹੋ ਗਈ ਕਿ ਉਹਦੇ ਚ ਪਾਕਿਸਤਾਨ ਬਣਨ ਦੇ ਜਿਹੜੇ ਹੁਣ ਵੀ ਕਹਿੰਦੇ ਨੇ ਕਿ ਮੌਲਾਨਾ ਅਬਦੁਲ ਕਲਾਮ ਆਜ਼ਾਦ ਜਿਹੜੇ ਨੇ ਮੁਖਾਲਿਫ ਸਨ, ਜਾਂ ਬਾਕੀ ਕੁਝ ਲੋਕ ਮੁਖਾਲਿਫ ਸਨ, ਉਹਦੀਆਂ ਬੁਨਿਆਦਾਂ ਇਹੋ ਹੀ ਸਨ ਕਿ ਜਿਹੜੀ ਅਸਲ ਵੰਡ ਉਹ ਲੋਕ ਚਾਹੁੰਦੇ ਸਨ ਨਾ, ਉਹ ਇੰਡੀਆ ਮੁਤਹਿਦਾ ਹੀ ਰੱਖਣਾ ਚਾਹੁੰਦੇ ਸਨ। ਲੇਕਿਨ ਉਹ ਵਿੱਚ ਆ ਕੇ ਤੇ ਇਹਦਾ ਬਦਲਾ ਜਦੋਂ ਕਾਰ ਫਰਮਾਇਆ ਨਾ ਫਰੰਗੀ ਦਾ, ਇਸ ਫਰੰਗੀ ਨੇ ਫਿਰ ਉਹ ਰੌਲਾ ਪਾਇਆ ਕਿ ਇਹਨਾਂ ਨੂੰ ਇਹੋ ਜਿਹਾ ਵੰਡੋ, ਇਹੋ ਜਿਹਾ ਵੰਡੋ ਕਿ ਇਹਨਾਂ ਨੂੰ ਚਾਨਣ ਹੋ ਜਾਵੇ ਕਿ ਕਿਸੇ ਅੰਗਰੇਜ਼ ਨਾਲ ਵਿਗਾੜਨੀ ਹੈ, ਦੁਸ਼ਮਣ ਨਾਲ ਤੇ ਕਿਵੇਂ ਵਿਗਾੜਨੀ ਹੈ। ਉਹਨੇ ਆਪਣੀ ਜਿਹੜੀ ਜੰਗੇ ਆਜ਼ਾਦੀ ਔਰ ਦੂਸਰੇ ਤੀਸਰੇ ਮਰੋਈਅਤ ਪਸੰਦ ਜਿੰਨੇ ਵੀ ਆਏ, ਉਹਨਾਂ ਸਾਰਾ ਦਾ ਬਦਲਾ ਉਹਨੇ ਇਹ ਸੂਰਤ ਚ ਲਿਆ ਕਿ ਇਸ ਇੰਡੀਆ ਨੂੰ ਇਸ ਤਰ੍ਹਾਂ ਵੰਡ ਦਿੱਤਾ ਕਿ ਉਹ ਹਾਲੀ ਤੱਕ ਅਸੀਂ ਦਸਤੋ ਗਰੇਬਾਂ ਹੈਗੇ ਆ। ਇੱਧਰ ਪੰਜਾਬ ਵੀ ਵੰਡਿਆ ਸਾਰਾ, ਜਿਵੇਂ ਮੈਂ ਅੱਗੇ ਦੱਸਿਆ, ਸਿੰਧ ਵੀ ਕੋਈ ਰਹਿ ਹੀ ਨਹੀਂ ਗਈ ਐਸੀ ਜਗ੍ਹਾ। ਇਕਾਈਆਂ ਇੰਨੀਆਂ ਬਣਾਤੀਆਂ, ਇਕੱਠੀਆਂ ਕਰਤੀਆਂ, ਔਰ ਫਿਰ ਉਸ ਤੋਂ ਸੋਨੇ ਤੇ ਸੁਹਾਗਾ ਇਹ ਹੋਇਆ ਕਿ ਅਸੀਂ ਅੱਜ ਵੀ ਇਸ ਹੀ ਬਹਿਸ ਦੇ ਵਿੱਚ ਲੱਗੇ ਆ, ਔਰ ਛਿੱਤਰ ਪੋਲਾ ਰਹਿੰਦੇ ਆ, ਹਰ ਵੇਲੇ ਦਸਤੋ ਗਰੀਬਾਨ ਰਹਿੰਦੇ ਆ। ਉਹ ਆਂਦਾ ਜੀ ਇਹ ਸੈਕੂਲਰ ਸਟੇਟ ਸੀ, ਉਹ ਦੂਸਰਾ ਆਂਦਾ ਜੀ ਇਸਲਾਮਿਕ ਸਟੇਟ ਸੀ। ਚਲੋ ਮੰਨ ਲਿਆ ਕਿ ਯਾਰ ਜੋ ਸਾਰਿਆਂ ਦੇ ਮੌਕਫ ਠੀਕ ਹੈ, ਬਣ ਗਿਆ, ਬਣ ਗਿਆ। ਅਸਲ ਗੱਲ ਦਾ ਨਤੀਜਾ ਕਿ ਬਣਨ ਤੋਂ ਬਾਅਦ ਅਸੀਂ ਇਹਦੇ ਨਾਲ ਕੀ ਕੀਤਾ, ਇਹ 1947 ਚ ਵਜੂਦ ਚ ਆ ਗਿਆ।
ਇਹ 1947 'ਚ ਵਜੂਦ 'ਚ ਆਉਣ ਤੋਂ ਬਾਅਦ ਇੱਥੇ ਜਿਹੜੇ ਕਾਇਦੇ ਆਜ਼ਮ ਰਹਿਮਤੁल्लाह ਅਲੈਹ ਆਏ, ਲਿਆਕਤ ਅਲੀ ਖਾਨ ਆਏ, ਉਸ ਤੋਂ ਬਾਅਦ ਦੇ ਜਿੰਨੇ ਲੀਡਰ ਜਿਹੜੇ ਪਾਕਿਸਤਾਨ ਦੇ ਡਾਇਰੈਕਟ ਜਿਹੜੇ ਤਹਿਰੀਕੇ ਪਾਕਿਸਤਾਨ ਦੇ ਲੋਕ ਸਨ, ਉਹ ਤੇ ਪਹਿਲੇ ਹੀ ਸਨ ਨਾ, ਕਾਇਦੇ ਆਜ਼ਮ ਰਹਿਮਤੁल्लाह ਅਲੈਹ ਤੇ ਫਿਰ ਲਿਆਕਤ ਅਲੀ ਖਾਨ। ਉਸ ਤੋਂ ਬਾਅਦ ਕਈ ਕਲੇਮ ਕੀਤੇ ਗਏ ਜੀ ਇਹ ਕਲੱਬ ਬਣਾਤਾ ਗਿਆ ਜਗੀਰਦਾਰਾਂ ਦਾ ਤੇ ਉਮਰਾ ਦਾ, ਤੇ ਇਹ ਮੁxtਲਿਫ ਕਿਸਮ ਦੇ ਜਿਹੜੇ ਮੁਕਤਦਰ ਹਲਕੇ ਨੇ, ਇਹ ਸਾਰੇ ਦੇ ਸਾਰੇ ਉਹਨਾਂ ਦਾ ਇੱਕ ਕਲੱਬ ਹੈਗਾ, ਇਹ ਇਸਲਾਮਿਕ ਸਟੇਟ ਨਹੀਂ। ਫਿਰ ਬੜਾ ਜਹਾਦ ਕੀਤਾ ਆਪਣੇ ਆਪ 'ਚ, ਜਿਹੜੇ ਸਾਡੇ ਉਲਮਾ ਇਕਰਾਮ ਆਪਣੇ ਆਪ ਨੂੰ ਕਹਿੰਦੇ ਨੇ ਜਾਂ ਮੌਲਵੀ ਸਾਹਿਬਾਨ, ਮੇਰੀ ਨਜ਼ਰ ਦੇ ਵਿੱਚ ਇਹ ਵੀ ਦਰਅਸਲ ਇਸਤੇਮਾਲ ਹੀ ਹੋਏ। ਇਹ ਜੀ ਬੜੇ ਕਾਮਯਾਬ ਹੈ ਜੀ। 1973 ਦੇ ਵਿੱਚ ਅਸੀਂ ਇਹ ਆਇਨ ਨੂੰ ਜਿਹੜਾ ਨਾ ਇਸਲਾਮਿਕ ਬਣਾ ਦਿੱਤਾ। ਯਾਰ ਇਹ ਇਸਲਾਮਿਕ ਬਣ ਗਿਆ ਜਾਂ ਇਹ ਕੁਝ ਵੀ ਬਣ ਗਿਆ, ਜਿਹੜਾ ਗਰਾਊਂਡ ਤੇ ਹਕਾਇਕ ਨੇ ਨਾ, ਇਹ ਬੜੇ ਹੀ ਤਲਖ ਨੇ। ਗਰਾਊਂਡ ਦੇ ਉੱਤੇ ਨਾ ਤੁਹਾਡਾ ਨਿਜ਼ਾਮ ਇਨਸਾਫ ਠੀਕ ਹੈ, ਨਾ ਤੁਹਾਡਾ ਨਿਜ਼ਾਮ ਤਾਲੀਮ ਠੀਕ ਹੈ, ਨਾ ਤੁਹਾਡਾ ਨਿਜ਼ਾਮ ਸਿਹਤ ਠੀਕ ਹੈ, ਨਾ ਹੀ ਇਹ ਵੈਲਫੇਅਰ ਸਟੇਟ ਹੈ। ਉਹ ਜਿਹੜੀ ਗੁਲਾਮੀ ਰਾਜਿਆਂ ਮਹਾਰਾਜਿਆਂ ਜਾਂ ਉਹ ਮੁਗਲ ਹੁਕਮਰਾਨਾਂ ਜਾਂ ਫਰੰਗੀਆਂ ਦੇ ਵਿੱਚ ਮੌਜੂਦ ਸੀ ਨਾ, ਉਹੋ ਹੀ ਗੁਲਾਮੀ ਅੱਜ ਵੀ ਮੌਜੂਦ ਹੈਗੀ ਹੈ, ਬਲਕਿ ਸ਼ਾਇਦ ਉਹਦੇ ਨਾਲੋਂ ਕੁਝ ਬਦਤਰ ਗੁਲਾਮੀ ਹੋਵੇ। ਹਾਂ, ਇੱਥੇ ਹੁਣ ਮੈਂ ਅੱਜ ਦੇ ਵੀਲੌਗ ਦੀ ਬ੍ਰੇਕ ਲਾਣਾ, ਅੱਗੋਂ ਹੁਣ ਡਾਇਰੈਕਟ ਫਿਰ ਮੈਂ ਆਵਾਂਗਾ ਇਨਸ਼ਾਅੱਲਾ 1947 ਤੋਂ ਬਾਅਦ, ਤੇ ਜਿਹੜਾ ਸਾਡੇ ਟੱਬਰ ਨਾਲ ਕਿਵੇਂ ਕਿਵੇਂ ਹੋਈਆਂ ਤੇ ਕਿਵੇਂ ਕਿਵੇਂ ਅੱਗੇ ਚਲੀਆਂ। ਔਰ ਇਹ ਪਿਛਲਾ ਜਿਹੜਾ ਨਾ ਅੱਜ ਤੱਕ ਦੀ ਕਿਸ਼ਤ ਆ, ਇਹ ਦਿਬਾਚੇ ਦਾ ਹਿੱਸਾ, ਇਹਨੂੰ ਸਮਝੋ ਕਿ ਇਹ ਇੱਕ ਰਿਵਿਊ ਹੈ ਪਿਛਲੀ ਤਾਰੀਖ ਦਾ, ਕਿ ਜਦੋਂ ਪਾਕਿਸਤਾਨ ਬਣਿਆ ਉਸ ਵੇਲੇ ਮੈਂ ਤੇ ਹੈ ਨਹੀਂ ਸਾਂ, ਜ਼ਾਹਿਰ ਮੈਂ ਬਾਅਦ 'ਚ ਪੈਦਾ ਹੋਇਆ, ਮੇਰੇ ਜਿਹੜੇ ਵਾਲਦੈਨ ਨੇ ਜਾਂ ਦਾਦੇ ਪੜਦਾਦੇ ਨੇ ਉਹ ਕਿੱਥੇ ਖਲੋਤੇ ਸਨ ਉਸ ਦਿਨ। ਉਹ ਫਿਰ ਇਹਦੇ ਨਾਲ ਤਾਰੀਖ ਸਮਝਣ ਦੇ ਵਿੱਚ ਜਿਹੜਾ ਉਹ ਆਸਾਨੀ ਹੁੰਦੀ ਹੈ।